Hey there everyone, this is Vandana and welcome to my YouTube channel। ਅੱਜ ਆਪਾਂ ਕੰਪਿਊਟਰ ਹਾਰਡਵੇਅਰ ਦੇ ਬਾਰੇ ਵਿੱਚ ਪੜਾਂਗੇ। ਤਾਂ ਬੇਸਿਕਲੀ ਕੰਪਿਊਟਰ ਹਾਰਡਵੇਅਰ ਕੀ ਹੁੰਦਾ ਹੈ ਕਿ ਹਾਰਡਵੇਅਰ ਰਿਫਰਸ ਟੂ ਕੰਪਿਊਟਰਸ ਟੈਂਜੀਬਲ ਕੰਪੋਨੈਂਟਸ। ਔਰ ਇਹ ਟੈਂਜੀਬਲ ਦਾ ਮਤਲਬ ਕੀ ਹੈ? ਉਹ ਕੰਪੋਨੈਂਟ ਜੋ ਫਿਜ਼ੀਕਲੀ ਐਗਜ਼ਿਸਟ ਕਰਦੇ ਹੈ, ਜਿਨ੍ਹਾਂ ਨੂੰ ਤੁਸੀਂ ਟੱਚ ਕਰ ਸਕਦੇ ਹੋ। ਓਕੇ, ਔਰ ਡਿਲੀਵਰਡ ਸਿਸਟਮ ਦੈਟ ਸਟੋਰ ਐਂਡ ਰਨ ਦ ਰਿਟਨ ਇੰਸਟਰਕਸ਼ਨਸ ਪ੍ਰੋਵਾਈਡਡ ਬਾਈ ਦ ਸੌਫਟਵੇਅਰ। ਕਿ ਉਹ ਕੀ ਕਹਿ ਰਹੇ ਕਿ ਉਹ ਵਾਲੇ ਇੰਸਟਰਕਸ਼ਨਸ ਨੂੰ ਇਹ ਸਟੋਰ ਵੀ ਕਰੇਗਾ ਐਜ਼ ਵੈਲ ਐਜ਼ ਰਨ ਵੀ ਕਰੇਗਾ, ਮਤਲਬ ਐਗਜ਼ੀਕਿਊਟ ਵੀ ਕਰੇਗਾ ਜਿਹੜੇ ਇੰਸਟਰਕਸ਼ਨਸ ਇਸਨੂੰ ਸੌਫਟਵੇਅਰ ਨੇ ਪ੍ਰੋਵਾਈਡ ਕੀਤੇ ਹੈ। ਠੀਕ ਹੈ, ਹੁਣ ਸੌਫਟਵੇਅਰ ਕੀ ਹੈ ਬੱਚੇ? ਸੌਫਟਵੇਅਰ ਹੈ ਇਨਟੈਂਜੀਬਲ ਪਾਰਟ, ਉਹ ਪਾਰਟ ਜਿਸਨੂੰ ਤੁਸੀਂ ਟੱਚ ਨਹੀਂ ਕਰ ਸਕਦੇ। ਠੀਕ ਹੈ, ਬਟ ਉਹ ਕੀ ਕਰਦਾ, ਯੂਜ਼ਰ ਨੂੰ ਇੰਟਰੈਕਟ ਕਰਵਾਉਂਦਾ ਹਾਰਡਵੇਅਰ ਦੇ ਨਾਲ ਤੇ ਪਰਫੋਰਮ ਕੀਤੇ ਜਾਂਦੇ ਕੁਝ ਸਪੈਸੀਫਿਕ ਟਾਸਕ। ਇਹਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ, ਜਿਵੇਂ ਤੁਹਾਡਾ ਮੋਬਾਈਲ ਫੋਨ ਹੈ। ਠੀਕ ਹੈ, ਮੋਬਾਈਲ ਫੋਨ ਦਿਖਣ ਦੇ ਵਿੱਚ ਆਪਾਂ ਨੂੰ ਫਿਜ਼ੀਕਲੀ ਅਪੀਅਰਡ ਹੈ। ਠੀਕ ਹੈ, ਤੁਸੀਂ ਆਪਣਾ ਫੋਨ ਆਪਣੇ ਹੱਥ ਵਿੱਚ ਕੈਰੀ ਕਰੋਗੇ। ਹੁਣ ਜੇ ਤੁਸੀਂ ਨੰਬਰ ਡਾਇਲ ਕਰਨਾ ਹੈ ਜਾਂ ਫਿਰ WhatsApp ਯੂਜ਼ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ WhatsApp ਦਾ ਸੌਫਟਵੇਅਰ ਇੰਸਟਾਲ ਕਰਨਾ ਪਏਗਾ ਜਾਂ ਫਿਰ ਬਿਲਡਿੰਗ ਮਿਲ ਜਾਏਗਾ। ਠੀਕ ਹੈ, ਤੇ ਉਸ ਸੌਫਟਵੇਅਰ ਦੀ ਹੈਲਪ ਦੇ ਨਾਲ, ਠੀਕ ਹੈ, ਸੌਫਟਵੇਅਰ ਹੈ ਨਾਲ ਨਾਲ ਦੇਖੋ ਤੁਹਾਨੂੰ ਸਪੀਕਰ ਵੀ ਵਿਜ਼ੀਬਲ ਹੁੰਦਾ ਹੈ। ਠੀਕ ਹੈ, ਸਪੀਕਰ ਵਿਜ਼ੀਬਲ ਹੈ ਆਵਾਜ਼ ਦੇ ਲਈ। ਤਾਂ ਉਹ ਕਹਿ ਰਹੇ ਕਿ ਹਾਰਡਵੇਅਰ ਤੇ ਸੌਫਟਵੇਅਰ ਕਾਮਨ ਤੌਰ ਤੇ ਯੂਜ਼ ਕੀਤੇ ਜਾਂਦੇ ਇੱਕ ਪਾਰਟਿਕੂਲਰ ਐਪਲੀਕੇਸ਼ਨ ਦਾ ਵਰਕ ਕਰਨ ਦੇ ਲਈ। ਓਕੇ, ਆਈ ਹੋਪ ਇਹ ਕਲੀਅਰ ਹੋਏਗਾ। ਦੇਖੋ ਜੀ, ਕੰਪਿਊਟਰ ਹਾਰਡਵੇਅਰ, ਹੁਣ ਕੰਪਿਊਟਰ ਹਾਰਡਵੇਅਰ ਨੂੰ ਉਸਨੇ ਬੇਸਿਕਲੀ 4 ਪਾਰਟਸ ਦੇ ਵਿੱਚ ਡਿਵਾਈਡ ਕਰਤਾ, ਜਿਵੇਂ ਕਿ ਇਨਪੁਟ ਡਿਵਾਈਸਿਸ ਹੈ, ਪ੍ਰੋਸੈਸਿੰਗ ਡਿਵਾਈਸ ਹੈ, ਆਊਟਪੁੱਟ ਡਿਵਾਈਸਿਸ ਹੈ ਔਰ ਸਟੋਰੇਜ ਡਿਵਾਈਸਿਸ ਹੈ। ਦੇਖੋ ਇਨਪੁਟ ਡਿਵਾਈਸਿਸ ਦੇ ਵਿੱਚ ਜਿਵੇਂ ਕੀਬੋਰਡ, ਮਾਊਸ, ਸਕੈਨਰ, ਲਾਈਟ ਪੈਨ, ਟਰੈਕ ਬਾਲ, ਟੱਚ ਪੈਡ, ਟੱਚ ਸਕਰੀਨ, ਮਾਈਕ੍ਰੋਫੋਨ, ਵੈਬ ਕੈਮਰਾ, ਜॉयस्टिक, OCR, BCR, OMR, MICR, ਬਾਇਓਮੈਟ੍ਰਿਕਸ ਹੈ, ਡਿਜੀਟਾਈਜ਼ਰ ਹੈ ਔਰ ਸਟਾਈਲਸ ਹੈ। ਦੈਨ ਪ੍ਰੋਸੈਸਿੰਗ ਦੇ ਵਿੱਚ ਆਇਆ ਪ੍ਰੋਸੈਸਰ, RAM, ROM, SMPS, ਮਦਰਬੋਰਡ। ਠੀਕ ਹੈ, ਐਂਡ ਆਊਟਪੁੱਟ ਦੇ ਵਿੱਚ ਸਪੀਕਰ, ਮੋਨੀਟਰ, ਪ੍ਰਿੰਟਰ ਹੈ, ਪਲੋਟਰ ਹੈ। ਦੈਨ ਵੀ ਹੈਵ ਦ ਸਟੋਰੇਜ ਡਿਵਾਈਸਿਸ। ਸਟੋਰੇਜ ਡਿਵਾਈਸਿਸ ਦੇ ਵਿੱਚ ਮੈਗਨੈਟਿਕ ਟੇਪ, ਮੈਗਨੈਟਿਕ ਡਿਸਕ, ਆਪਟੀਕਲ ਡਿਸਕ, ਫਲੈਸ਼ ਮੈਮਰੀ, ਜੋ ਆਪਾਂ ਮੈਮਰੀ ਵਾਲੇ ਯੂਨਿਟ ਦੇ ਵਿੱਚ ਕਵਰ ਕਰਕੇ ਆਏ ਹਾਂ। ਠੀਕ ਹੈ, ਹੁਣ ਐਗਜ਼ਾਮਪਲ ਦੇਖੋ ਇਨਪੁਟ ਹੈ। ਠੀਕ ਹੈ, ਫਿਰ ਆਪਾਂ ਕੁਝ ਪ੍ਰੋਸੈਸਿੰਗ ਕਰਦੇ ਹਾਂ ਤੇ ਆਪਾਂ ਨੂੰ ਕੀ ਮਿਲਦਾ ਹੈ? ਆਊਟਪੁੱਟ ਮਿਲਦਾ ਹੈ। ਹੁਣ ਇਨਪੁਟ ਆਏਗਾ ਕਿਵੇਂ, ਦਿੱਤੀ ਕਿਵੇਂ ਜਾਏਗੀ ਇਨਪੁਟ? ਕਹਿ ਰਹੇ ਕੈਮਰਾ ਦੇ ਥਰੂ, ਜਿਵੇਂ ਤੁਸੀਂ ਆਪਣੇ ਫੋਨ ਦੇ ਵਿੱਚ ਲਗਾਉਂਦੇ ਹੋ ਨਾ ਲੋਕ ਕੈਮਰਾ ਵਾਲਾ। ਠੀਕ ਹੈ, ਉਹ ਵੀ ਇਨਪੁਟ ਹੈ ਕਿ ਕੈਮਰਾ ਤੇ ਤੁਹਾਡਾ ਫੇਸ ਡਿਟੈਕਟ ਹੋਇਆ, ਜੇਕਰ ਮੈਚ ਕਰਿਆ ਤਾਂ ਇਹ ਓਪਨ ਹੋ ਗਿਆ, ਅਦਰਵਾਈਜ਼ ਨਹੀਂ ਹੋਇਆ। ਠੀਕ ਹੈ, ਉਸ ਤੋਂ ਬਾਅਦ ਕੀ ਕਹਿ ਰਿਹਾ, ਮਾਊਸ ਦੇ ਥਰੂ ਆਪਾਂ ਦੇਣੇ ਹਾਂ। ਠੀਕ ਹੈ, ਦੈਨ ਕੀਬੋਰਡ ਦੇ ਥਰੂ ਜਿਵੇਂ ਕੁਝ ਪਾਸਕੋਡ ਐਂਟਰ ਕਰਨਾ ਹੈ। ਠੀਕ ਹੈ, ਸਕੈਨਰ ਦੇ ਥਰੂ ਕੁਝ ਸਕੈਨ ਕਰੇਗਾ। ਨਾਓ ਮਾਈਕਰੋ ਪ੍ਰੋਸੈਸਰ ਕੀ ਹੋ ਗਿਆ ਆਪਣਾ? CPU, ਜੋ ਪ੍ਰੋਸੈਸਿੰਗ ਜਿੱਥੇ ਪਰਫੋਰਮ ਹੋਏਗੀ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ? ਆਊਟਪੁੱਟ ਕੀ ਹੈ? ਸਪੀਕਰਸ ਹੈ। ਠੀਕ ਹੈ ਜੀ, ਪ੍ਰਿੰਟਰ ਹੈ, ਸਕਰੀਨ ਦੇ ਉੱਪਰ ਕੁਝ ਵਿਜ਼ੀਬਲ ਹੋ ਜਾਏਗਾ। ਓਕੇ, ਇਹ ਵੀ ਸਾਰੇ ਕੀ ਹੈ? ਆਪਾਂ ਨੂੰ ਹਾਰਡਵੇਅਰ ਡਿਵਾਈਸ, ਤੁਸੀਂ ਇਹਨਾਂ ਨੂੰ ਟੱਚ ਕਰ ਸਕਦੇ ਹੋ। ਠੀਕ ਹੈ ਜੀ, ਹੁਣ ਸਭ ਤੋਂ ਪਹਿਲੇ ਕੀ ਹੈ? ਇਨਪੁਟ ਡਿਵਾਈਸਿਸ ਦੇ ਵਿੱਚ ਕੀ ਆ ਰਿਹਾ ਹੈ? ਕੀਬੋਰਡ ਬਸ ਸਾਰੇ ਵੈਲ ਨੋਨ ਆ ਕੀਬੋਰਡ ਤੋਂ, ਹੈ ਨਾ। ਮੋਸਟ ਕਾਮਨ ਇਨਪੁਟ ਡਿਵਾਈਸਿਸ ਇਜ਼ ਦਾ ਕੀਬੋਰਡ। ਠੀਕ ਹੈ, ਇਹਦੇ ਵਿੱਚ ਕੀ ਹੈ? ਟਾਈਪਰਾਈਟਰ ਦੀ ਤਰ੍ਹਾਂ ਕੀਜ਼ ਹੁੰਦੀਆਂ ਜਿੱਧਰੋਂ ਦੀ ਆਪਾਂ ਡੇਟਾ ਨੂੰ ਅਨੇਬਲ ਕਰਦੇ ਹਾਂ। ਜਿਵੇਂ ਕਿ ਤੁਸੀਂ ਲਿਖਣਾ ਹੈ ਐਪਲ, ਤੁਸੀਂ ਕੀ ਪ੍ਰੈਸ ਕਰੋਗੇ? A ਵਾਲੀ ਕੀ, ਦੈਨ P, ਦੈਨ ਫਿਰ P ਵਾਲੀ ਕੀ ਨੂੰ ਸਟ੍ਰੋਕ ਕਰੋਗੇ, ਦੈਨ L ਤੇ E, ਤੇ ਇਹ ਆਪਣਾ ਸਕਰੀਨ ਤੇ ਵਿਜ਼ੀਬਲ ਹੋ ਜਾਏਗਾ। they have the alphabetic keys to enter the letters। ਅਗਰ ਆਪਾਂ ਨੇ ਲੈਟਰਸ ਨੂੰ ਐਂਟਰ ਕਰਨੇ ਆ ਤਾਂ ਆਪਣੇ ਕੋਲ alphabetic keys ਹੈ। ਨੰਬਰਸ ਨੂੰ ਐਂਟਰ ਕਰਨ ਦੇ ਲਈ ਆਪਣੇ ਕੋਲ numeric keys ਹੈ 0 to 9। ਠੀਕ ਹੈ ਜੀ, ਲੈਟਰਸ ਹੈ A to Z। ਓਕੇ, punctuation keys to enter the comma, periods। ਠੀਕ ਹੈ, ਕੋਮਾ, ਫੁੱਲ ਸਟਾਪ, ਸੈਮੀਕੋਲਨ, ਇਹ ਤਰ੍ਹਾਂ ਦੇ ਬਹੁਤ ਸਾਰੇ ਸਿੰਬਲ ਅਵੇਲੇਬਲ ਹੈ। ਤੇ ਕੁਝ ਸਪੈਸ਼ਲ ਕੀਜ਼ ਵੀ ਹੈ ਜੋ ਸਪੈਸੀਫਿਕ ਫੰਕਸ਼ਨਸ ਨੂੰ ਪਰਫੋਰਮ ਕਰਨਗੀ, ਜਿਵੇਂ ਕਿ F5 ਆਪਾਂ ਯੂਜ਼ ਕਰਦੇ ਹਾਂ ਰੀਫਰੈਸ਼ ਕਰਨ ਦੇ ਲਈ। ਠੀਕ ਹੈ, the keyboard detects the key pressed and generate the corresponding ASCII codes which can be recognized by the computer। ਦੇਖੋ ਆਪਾਂ ਪਹਿਲੇ ਦਿਨ ਤੋਂ ਹੀ ਪੜ੍ਹਦੇ ਆ ਰਹੇ ਹਾਂ ਕਿ ਕੰਪਿਊਟਰ ਹੈ ਨਾ, ਜੋ ਉਹ ਬਿਟਸ ਦੇ ਵਿੱਚ ਡੇਟਾ ਨੂੰ ਟਰਾਂਸਲੇਟ ਕਰ ਦਿੰਦਾ ਹੈ। ਜਿਵੇਂ ਕਿ ਆਪਾਂ ਨੇ ਪਾਇਆ A, ਤਾਂ A ਦਾ ਕੁਝ ਬਾਈਨਰੀ ਨੰਬਰ ਰਹੇਗਾ। ਠੀਕ ਹੈ, ਇਹਦੀ ਕੋਡਿੰਗ ਇਹਨੂੰ ਆਪਾਂ ਟਰਾਂਸਲੇਟ ਕਰ ਦਾਂਗੇ ਬਾਈਨਰੀ ਨੰਬਰ ਦੇ ਵਿੱਚ। ਹੁਣ ਕਹਿ ਰਹੇ ਕਿ ਕੁਝ ASCII ਕੋਡ ਹੈ। ASCII ਕੀ ਹੈ? ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ। ਇਹਨੇ ਆਪਾਂ ਨੇ ਜਿਵੇਂ ਹੀ A ਪ੍ਰੈਸ ਕੀਤਾ, ਇਹਨੇ ਇਹਦੇ ਸਾਈਮਲਟੇਨੀਅਸਲੀ ਕੁਝ ਇਹਦਾ ASCII ਕੋਡ ਲਿਖ ਦੇਣਾ ਹੈ। ਠੀਕ ਹੈ, ASCII ਕੋਡ ਲਿਖ ਦੇਗਾ, ਜਿਵੇਂ ਕਿ ਇਹ ਹੋ ਗਿਆ।
ਠੀਕ ਹੈ ਓਕੇ 65 ਹੁੰਦਾ ਹੈ ਇਹਦਾ ਠੀਕ ਹੈ ਤੇ ਉਹਨੂੰ ਆਪਾਂ 65 ਨੂੰ ਬਾਈਨਰੀ ਦੇ ਵਿੱਚ ਐ ਲਿਖਦੇ ਹਾਂ ਹੁਣ ਕਹਿੰਦੇ ਮਾਊਸ is an input device that controls the movement of the cursor on the display screen ਦੇਖੋ ਹੁਣ ਮੈਂ ਕੁਛ ਲਿਖ ਰਹੀ ਹਾਂ ਤੇ ਮੈਂ ਮਾਊਸ ਯੂਜ਼ ਕਰੂੰਗੀ ਹੈ ਨਾ ਤੇ ਜੋ ਵੀ ਮੂਵਮੈਂਟ ਹੈ ਠੀਕ ਹੈ ਜਿਵੇਂ ਆਪਾਂ ਨੇ ਕਿਸੇ ਐਪ ਨੂੰ ਓਪਨ ਕਰਨਾ ਹੈ ਠੀਕ ਹੈ ਤੇ ਆਪਾਂ ਉਸ ਤੇ ਡਬਲ ਕਲਿੱਕ ਕਰਦੇ ਹਾਂ ਹੈ ਨਾ ਠੀਕ ਹੈ ਤੇ ਇਹ ਕੰਮ ਕਿਸ ਨਾਲ ਹੁੰਦਾ ਹੈ ਮਾਊਸ ਦੇ ਥਰੂ ਹੁੰਦਾ ਹੈ ਹੁਣ ਦੇਖੋ ਮੈਂ ਇਹਦਾ ਕੰਟਰੋਲ ਚੇਂਜ ਕੀਤਾ ਤੇ ਆਪਣੀ ਜੋ ਵੀ ਸਲਾਈਡਸ ਹੈ ਪ੍ਰੋਪਰਲੀ ਵਿਜ਼ਿਬਲ ਹੋ ਰਹੀਆਂ ਠੀਕ ਹੈ ਜੀ ਮਾਊਸ ਇਜ਼ ਅ small device we can roll along a hat surface ਮਤਲਬ ਇੱਕ ਫਲੈਟ ਸਰਫੇਸ ਦੇ ਵਿੱਚ ਤੁਸੀਂ ਕੀ ਕਰੋਗੇ ਇਹਨੂੰ ਰੋਲ ਅਪ ਕਰਦੇ ਹੋ ਠੀਕ ਹੈ ਬਹੁਤ ਹੀ ਛੋਟਾ ਡਿਵਾਈਸ ਹੈ then ਕੀ ਹੈ ਸਕੈਨਰ ਇੱਕ ਇਨਪੁਟ ਡਿਵਾਈਸ ਹੈ ਜੋ ਅਲਾਉ ਕਰਦਾ ਹੈ ਇਨਫੋਰਮੇਸ਼ਨ ਸਚ ਐਸ ਇਮੇਜ ਔਰ ਟੈਕਸਟ ਟੂ ਬੀ ਇਨਪੁਟ ਇਨਟੂ ਅ ਕੰਪਿਊਟਰ ਠੀਕ ਹੈ ਜਿਵੇਂ ਤੁਸੀਂ ਆਪਣੀ ਪਿਕਚਰ ਨੂੰ ਸਕੈਨ ਕਰਕੇ ਇੱਕ ਫੋਰਮ ਦੇ ਉੱਪਰ ਪੇਸਟ ਕੀਤਾ ਸਕੈਨ ਕੀਤਾ ਫੋਟੋ ਕਲਿੱਕ ਕਰੀ ਈਦਰ ਯੂਜ਼ਿੰਗ ਕੈਮ ਸਕੈਨਰ ਔਰ ਆਈ ਸਕੈਨ ਠੀਕ ਹੈ ਮਲਟੀਪਲ ਐਪਸ ਹੈ ਜੋ ਆਪਾਂ ਨੂੰ ਅਲਾਉ ਕਰਦੀਆਂ ਹੈ ਸਕੈਨ ਕਰਨ ਦੇ ਲਈ ਈਵਨ ਆਪਣੇ ਪ੍ਰਿੰਟਰ ਦੇ ਵਿੱਚ ਵੀ ਸਕੈਨਰ ਹੈ ਠੀਕ ਹੈ ਉਹ ਕੀ ਕਰੇਗਾ ਜੋ ਵੀ ਮੇਰੇ ਕੋਲ ਹਾਰਡ ਕਾਪੀ ਹੈ ਉਸਨੂੰ ਆਪਾਂ ਨੇ ਸੌਫਟ ਕਾਪੀ ਦੇ ਵਿੱਚ ਕਨਵਰਟ ਕਰ ਲਿਆ ਮਤਲਬ ਸਕੈਨ ਕਰ ਲਿਆ ਮੈंने ਆਪਣਾ ਡਾਕੂਮੈਂਟ it can read image or text printed on a paper and translate the information into a form that computer can use ठीक है जी soft copy ਦੇ ਵਿੱਚ convert ਹੋ ਗਿਆ that is it is used to convert the images that is your photos and text into a stream of data ਜਿਹੜੇ data ਦੇ ਵਿੱਚ convert ਕਰ ਲਿਆ ਆਪਾਂ ਨੇ they are useful for publishing and multimedia applications okay then we have a barcode reader barcode ਕੀ ਹੁੰਦਾ ਹੈ ਦੇਖੋ ਕੋਈ ਵੀ ਚੀਜ਼ ਹੈ ਤੁਸੀਂ ਮਾਲ ਜਾਂਦੇ ਹੋ ਤੇ ਉਹ ਕਿਵੇਂ ਸਕੈਨ ਕਰਦੇ ਆ ਬਾय द बारकोड ठीक है जो कुछ लाइंस ਹੁੰਦੇ ਆ ਮੈਂ ਸਕਰੀਨ ਦੇ ਉੱਪਰ ਵਿਜ਼ਿਬਲ ਕਰੂੰਗੀ ਬਾਰਕੋਡਸ ਠੀਕ ਹੈ ਤੇ ਕਹਿੰਦੇ the barcode readers are used in places like supermarket and bookshops books ਦੇ ਪਿੱਛੇ ਬਾਰਕੋਡਸ ਹੈ ਬਾਰਕੋਡ ਕੀ ਹੁੰਦਾ ਬੇਸਿਕਲੀ ਪ੍ਰਿੰਟਡ ਲਾਈਨਸ ਆਫ ਡਿਫਰੈਂਟ ਥਿਕਨੈਸ ਠੀਕ ਹੈ ਕੁਝ ਲਾਈਨਸ ਹੈ ਜਿਨ੍ਹਾਂ ਦੀ ਥਿਕਨੈਸ ਮੈਟਰ ਕਰਦੀ ਹੈ ਜਿਵੇਂ ਇਹ ਡਾਰਕ ਹੋਏਗੀ ਜ਼ਿਆਦਾ ਠੀਕ ਹੈ ਇਹ ਪਤਲੀ ਸੀ ਲਾਈਨ ਹੈ ठीक है इस तरह the barcode reader scans the information on the barcodes and transmit to computer for further processing उसने just read किया barcode ਤੇ ਉਹ information computer ਦੇ ਵਿੱਚ ਭੇਜ ਦਿੱਤੀ ਤਾਂ ਕਿ ਉਸ ਉੱਪਰ further processing ਕੀਤੀ ਜਾ ਸਕੇ okay then we have a digital camera ਸਭ ਦਾ favorite ਆਪਾਂ ਸਾਰੇ यूज ਕਰਦੇ ਹਾਂ digital camera अर्लीयर ਆਪਣੇ ਕੋਲ ਦੂਸਰਾ ਕੈਮਰਾ ਹੁੰਦਾ ਸੀ ਰੀਲ ਵਾਲਾ ਉਹਦੇ ਵਿੱਚ ਪਿਕਚਰ ਤੋਂ ਬਾਅਦ ਤੁਹਾਨੂੰ ਰੀਲ ਦੇਖਣੀ ਪੈਂਦੀ ਸੀ ਠੀਕ ਹੈ ਤੇ ਤੁਹਾਨੂੰ ਵੇਟ ਕਰਨਾ ਪੈਂਦਾ ਸੀ ਕਿ ਮੈਨੂੰ ਹਾਰਡ ਕਾਪੀ ਕਦੋਂ ਮਿਲੇਗੀ ਬਟ ਹੁਣ ਕੀ ਆਪਾਂ ਯੂਜ਼ ਕਰ ਰਹੇ ਹਾਂ ਆਪਾਂ ਡਿਜੀਟਲ ਕੈਮਰਾ ਫੋਨ ਦੇ ਵਿੱਚ ਜਿੰਨੇ ਮਰਜ਼ੀ ਪਿਕਚਰਸ ਕਲਿੱਕ ਕਰੋ ਨਾਲ ਨਾਲ ਦੇਖੋ ਕੈਸੀ ਆਈ ਹੈ ਠੀਕ ਹੈ ਤੇ ਇਹ ਕੀ ਹੈ ਕਿ ਡਿਜੀਟਲ ਕੈਮਰਾ ਇੱਕ ਇਨਪੁਟ ਡਿਵਾਈਸ ਹੈ ਜੋ ਮੇਨਲੀ ਯੂਜ਼ ਟੂ ਕੈਪਚਰ ਦਾ ਇਮੇजेस ਨੂੰ ਕੈਪਚਰ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਕਹਿ ਰਿਹਾ ਕਿ ਟੇਕਸ ਅ ਸਟਿਲ ਫੋਟੋਗ੍ਰਾਫ ਲੇਗਾ ਸਟੋਰ ਕਰੇਗਾ ਤੇ ਆਪਾਂ ਉਹਨੂੰ ਸੈਂਡ ਵੀ ਕਰ ਸਕਦੇ ਹਾਂ ਉਸ ਨੂੰ ਕਿਸੇ ਹੋਰ ਕੰਪਿਊਟਰ ਦੇ ਨਾਲ ਤੇ ਤੁਸੀਂ ਫਰੈਂਡਸ ਆਪਸ ਦੇ ਵਿੱਚ ਬਲੂਟੂਥ WhatsApp ਸ਼ੇਅਰ ਤੋਂ ਕੀ ਕਰਦੇ ਹੋ ਪਿਕਚਰਸ ਨੂੰ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਹੋ then we have a touch sensitive screen that is the touch screen ਹੁਣ ਟੱਚ ਸਕਰੀਨ ਕੀ ਕਹਿ ਰਹੀ ਹੈ ਕਿ ਟੱਚ ਸਕਰੀਨ ਇਜ਼ ਅ ਟਾਈਪ ਆਫ ਡਿਸਪਲੇ ਸਕਰੀਨ that has a touch sensitive panel ਮਤਲਬ ਜਿਵੇਂ ਹੀ ਆਪਾਂ ਨੇ ਉਹਨੂੰ ਟੱਚ ਕੀਤਾ ਤੇ ਉਸਨੇ ਕੁਝ ਮੂਵਮੈਂਟ ਕਰੀ ਉਸਨੇ ਕੁਝ ਐਕਸ਼ਨ ਨੂੰ ਪਰਫਾਰਮ ਕੀਤਾ ਇਹ ਇੱਕ pointing device ਹੈ that enable the user to interact with the computer by touching the screen ਜਿਵੇਂ ਮੈंने just touch ਕੀਤਾ ਇਹ ਮੇਰਾ ਐਪ ਓਪਨ ਹੋ ਜਾਂਦਾ ਹੈ ਨਾ we can use our lenses to directly touch the objects on the screen ਤੁਸੀਂ ਆਪਣੀ ਟੱਚ ਕਰਦੇ ਹੋ ਫਿੰਗਰ ਤੇ ਉਹ ਡਾਇਰੈਕਟਲੀ ਕੀ ਹੋ ਜਾਂਦਾ ਹੈ the touch screen sends the touch on the object area predefined and communicates the object selection to the computer ਕਹਿ ਰਹੇ ਕਿ ਜਿਵੇਂ ਦੇਖੋ ਬੇਸਿਕਲੀ ਫੋਨ ਦੇ ਵਿੱਚ ਨਾ ਅਗਰ ਤੁਸੀਂ ਆਪਣੀ ਐਪਸ ਦੇਖੋ ਤੇ ਉਹ ਗ੍ਰਿਡ ਲਾਈਨਸ ਦੇ ਵਿੱਚ ਹੁੰਦੀਆਂ ਹੈ ਨਾ ਜਸਟ ਲਾਈਕ ਦਿਸ ਪਹਿਲੀ ਐਪ ਉਰੇ ਹੈ then this ਠੀਕ ਹੈ ਤੇ ਅਗਰ ਇਹ ਪਾਰਟਿਕੂਲਰ ਏਰੀਆ ਹੈ ਕਿ ਇਸ ਏਰੀਆ ਦੇ ਵਿੱਚ ਟੱਚ ਹੋਇਆ ਤਾਂ ਆਪਾਂ ਨੇ ਇਹ ਵਾਲਾ ਐਕਸ਼ਨ ਨੂੰ ਪਰਫਾਰਮ ਕਰਨਾ ਹੈ ਓਕੇ then we have magnetic ink character recognition that is MICR ਇੱਕ ਟੈਕਨੀਕ ਹੈ ਜੋ enable ਕਰਦੀ ਹੈ special character printed in a magnetic ink to be read and output repeatedly to the computer ਬੇਸਿਕਲੀ ਨਾ ਆਪਣੇ ਚੈੱਕਸ ਦੇ ਵਿੱਚ ਇਹ ਵਾਲੀ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਦੇਖੋ ਚੈੱਕ ਦੇ ਉੱਪਰ ਇੱਕ ਯੂਨੀਕ ਨੰਬਰ ਦਿੱਤਾ ਹੁੰਦਾ ਹੈ ਨਾ ਤੇ ਉਹ ਕੀ ਹੁੰਦਾ ਹੈ ਉਹ ਬੈਂਕ ਦੇ ਵਿੱਚ ਰੀਡ ਕੀਤਾ ਜਾਂਦਾ ਹੈ ਕਿ ਇਹ ਦੇਖੋ ਇਹ ਲਿਖਾ ਹੋਇਆ ਨਾ this is used to verify the legitimacy ਔਰ originality of paper documents ਕਿ ਇਹ ਆਰਗੈਨਿਕ ਹੈ ਕੋਈ ਡੁਪਲੀਕੇਟ ਤਾਂ ਨਹੀਂ ਆ ਗਿਆ ਉਸਨੂੰ ਚੈੱਕ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਠੀਕ ਹੈ MICR ਮੈਂ ਤੁਹਾਨੂੰ ਇੱਥੇ ਪਿਕਚਰ ਦੇ ਵਿੱਚ ਸਕਰੀਨ ਦੇ ਉੱਪਰ ਸ਼ੋ ਹੋਏਗਾ ਕਿ ਕਿਵੇਂ ਵਿਜ਼ੀਬਲ
ਕਿਵੇਂ ਜਾਂ ਦਿਖਦਾ ਹੈ। Then we have optical character recognition. This is called as OCR. ठीक है, OCR. OCR technique permits the direct reading of any printed character like MCR, but no special ink is required. देखो ਉਹਦੇ ਵਿੱਚ special ink use ਹੋ ਰਹੀ ਸੀ magnetic ink, but ਇਹਦੇ ਵਿੱਚ ਨਹੀਂ ਚਾਹੀਦੀ। With OCR a user can scan a page from a book. ਠੀਕ ਹੈ, ਜਦੋਂ ਆਪਾਂ ਨੇ ਬੁੱਕ ਨੂੰ ਸਕੈਨ ਕਰਨਾ ਹੈ, ਠੀਕ ਹੈ, ਤੇ ਆਪਾਂ ਕੀ ਕਰਾਂਗੇ, ਆਪਟੀਕਲ ਕਰੈਕਟਰ ਰਿਕਗਨਾਈਜੇਸ਼ਨ। ਦੇਖੋ ਬੇਸਿਕਲੀ ਆਪਾਂ ਕੀ ਕਰਦੇ ਹਾਂ, ਸਪੋਜ਼ ਕਰੋ ਨਾ ਤੁਹਾਨੂੰ ਇਹ ਚਾਹੀਦਾ ਹੈ ਤੇ ਇਹਦੀ ਤੁਸੀਂ ਬਣਾਉਣਾ ਚਾਹੁੰਦੇ ਹੋ ਇੱਕ ਸੌਫਟ ਕਾਪੀ। ਠੀਕ ਹੈ, ਇਹ ਕੀ ਹੈ, ਇੱਕ ਪਿਕਚਰ ਹੈ। ਤੁਸੀਂ ਇਸ ਪਿਕਚਰ ਨੂੰ ਲੈ ਕੇ ਜਿਵੇਂ ਸਪੋਜ਼ ਕਰੋ ਨਾ ਕਿ YouTube ਦੇ ਉੱਪਰ ਤੁਹਾਨੂੰ ਇਹ ਡਿਸਪਲੇ ਹੋ ਰਿਹਾ ਹੈ ਸਕਰੀਨ। ਠੀਕ ਹੈ, ਤੁਸੀਂ ਹੁਣ ਕੀ ਕਰਨਾ ਹੈ, ਇਹਨੂੰ ਪੜ੍ਹਨਾ ਹੈ, ਸੌਫਟ ਕਾਪੀ ਬਣਾਉਣੀ ਹੈ। ਤੁਸੀਂ ਇਹਦੀ ਪਿਕਚਰ ਨੂੰ PDF ਦੇ ਵਿੱਚ ਕਨਵਰਟ ਕਰੋਗੇ ਤੇ ਕੀ ਕਰੋਗੇ, ਗੂਗਲ ਡਰਾਈਵ ਦੇ ਵਿੱਚ ਓਪਨ ਕਰੋਗੇ। ਤੁਹਾਨੂੰ ਇਹ ਲਿਖਣ ਦੀ ਲੋੜ ਹੀ ਨਹੀਂ ਹੈ, ਸਭ ਡੇਟਾ ਤੁਹਾਨੂੰ ਸੌਫਟ ਕਾਪੀ ਟਾਈਪ ਕੀਤਾ ਕਰਾਇਆ ਮਿਲ ਜਾਏਗਾ। ਕਿਵੇਂ ਮਿਲੇਗਾ, OCR ਦੀ ਹੈਲਪ ਨਾਲ। ਉਹ ਹਰ ਇੱਕ ਕਰੈਕਟਰ ਨੂੰ ਰਿਕਗਨਾਈਜ਼ ਕਰੇਗਾ ਕਿ ਹਰ ਇੱਕ ਕਰੈਕਟਰ ਹੈ, ਉਹਨੂੰ ਚੇਂਜ ਕਰਕੇ ਸੌਫਟ ਕਾਪੀ ਦੇ ਵਿੱਚ ਕਨਵਰਟ ਕਰ ਦੇਗਾ। ਠੀਕ ਹੈ ਜੀ, ਲਿਖਿਆ ਨਾ, ਦਿਸ ਕੈਨ ਬੀ ਐਡੀਟਡ ਯੂਜ਼ਿੰਗ ਅ ਵਰਡ ਪ੍ਰੋਸੈਸਰ। ਵਰਡ ਦੇ ਵਿੱਚ ਡਾਕੂਮੈਂਟ ਐਡਿਟ ਹੋ ਜਾਏਗਾ, PDF ਦੇ ਵਿੱਚ ਨਹੀਂ ਹੁੰਦਾ ਹੈ ਨਾ, ਤੇ ਇਹ ਤੁਹਾਨੂੰ ਵਰਡ ਡਾਕੂਮੈਂਟ ਬਣਾ ਕੇ ਦੇ ਦੇਗਾ। Then we have optical mark reading and recognition, that is OMR. ਦੇਖੋ OMR ਕੀ ਹੈ, ਸਾਰੇ ਆਪਾਂ ਦੇਖਦੇ ਹਾਂ ਕਿ ਜਦੋਂ ਆਪਣੇ MCQs ਹੁੰਦੇ ਹੈ, ਠੀਕ ਹੈ, ਤੇ ਆਪਣੇ ਕੋਲ 4 ਇਸ ਤਰ੍ਹਾਂ ਦੇ ਬਾਕਸ ਅਵੇਲੇਬਲ ਹੁੰਦੇ ਹੈ ਵਿਦ ਦਾ ਆਪਸ਼ਨ ਮਾਰਕਡ ABCD। ਉਹ ਲਿਖਾ ਹੁੰਦਾ ਹੈ ਕਿ ਜਿਹੜਾ ਕਰੈਕਟ ਆਪਸ਼ਨ ਹੈ ਉਸਨੂੰ ਡਾਰਕ ਕਰ ਦਿਓ, ਸਰਕਲ ਫਿਲ ਕਰ ਦਿਓ, ਹੈ ਨਾ। ਤੇ ਉਹ ਚੀਜ਼ ਕੀ ਹੈ, OCR। ਉਹ ਡਿਟੈਕਟ ਕਰੇਗਾ, ਦੇਖੋ ਕਿ ਕਿਹੜੇ ਵਾਲਾ ਆਪਸ਼ਨ ਯੂਜ਼ਰ ਨੇ ਸਿਲੈਕਟ ਕੀਤਾ ਹੈ, ਠੀਕ ਹੈ, which can be marked with dark pencil or ink. Such documents are read by reader which transcribe the marks into electronical purse which are transmitted to the computer. ਇਹਨਾਂ ਨੇ ਕੀ ਕੀਤਾ ਹੈ, ਆਬਜੈਕਟਿਵ ਟਾਈਪ ਦੇ ਆਂਸਰ ਪੇਪਰ ਦੀ ਇਵੈਲੂਏਸ਼ਨ ਬੜੀ ਜਲਦੀ ਹੋ ਜਾਂਦੀ ਹੈ ਜਿੱਥੇ ਲਾਰਜ ਨੰਬਰ ਆਫ ਕੈਂਡੀਡੇਟਸ ਹੈ ਤੇ ਟਾਈਮ ਸ਼ੀਟਸ ਆਫ ਦਾ ਫੈਕਟਰੀ EMPLOYEES ਐਕਸੈਟਰਾ। ਠੀਕ ਹੈ, ਕੋਈ ਵੀ ਕੰਮ ਜਦੋਂ ਆਪਾਂ ਨੂੰ ਕੁਇਕਲੀ ਆਂਸਰਸ ਚਾਹੀਦੇ ਤੇ ਆਪਾਂ ਕਹਿੰਦੇ ਹਾਂ ਕਿ ਇਹ ਵਾਲੀ ਸ਼ੀਟ ਦੇ ਵਿੱਚ ਫਿਲ ਕਰ ਦਿਓ ਤੇ ਉਸ OMR ਹੈ ਜੋ ਉਹ ਕੁਇਕਲੀ ਚੈੱਕ ਕਰਕੇ ਆਪਾਂ ਨੂੰ ਦੇ ਦਿੰਦਾ ਹੈ ਕਿ ਇਹਦੇ ਕਿੰਨੇ ਕਰੈਕਟ ਹੈ ਤੇ ਕਿੰਨੇ ਕਰੈਕਟ ਨਹੀਂ ਹੈ। ਠੀਕ ਹੈ ਜੀ, ਜਿਵੇਂ ਨੈਟ ਦੇ ਪੇਪਰ ਵਿੱਚ ਪਹਿਲੇ ਆਫਲਾਈਨ ਪੇਪਰ ਹੁੰਦਾ ਸੀ ਤਾਂ ਇਸ ਤਰ੍ਹਾਂ ਦੀ OMR ਸ਼ੀਟਸ ਨੂੰ ਫਿਲ ਅਪ ਕਰਨਾ ਹੁੰਦਾ ਸੀ। Then we have a light pen. देखो लाइट पेन की है, एक पॉइंटिंग डिवाइस है shaped like a pen is connected to the monitor. सेम नॉर्मल पेन की तरह ਹੁੰਦਾ ਹੈ बट ਉਹ ਕੀ ਹੈ, ਕਨੈਕਟ ਕਰਦਾ ਹੈ ਮੋਨੀਟਰ ਦੇ ਨਾਲ। The lip of the light pen contains a light sensitive element which when placed against the screen detect the light from the screen, enable the computer to identify the location of the pen on the screen. देखो सेम जिਵੇਂ ਮਾਊਸ ਹੈ ਨਾ, ਉਹ ਕੀ ਕਰ ਰਿਹਾ ਹੈ, ਇੱਕ ਫਲੈਟ ਸਰਫੇਸ ਦੇ ਉੱਪਰ ਕੰਮ ਕਰ ਰਿਹਾ। ਸੇਮ ਉਵੇਂ ਲਾਈਟ ਪੈਨ ਕੀ ਕਰੇਗਾ, ਸਕਰੀਨ ਦੇ ਉੱਪਰ ਮੈंने ਲਾਈਟ ਪੈਨ ਦੇ ਨਾਲ ਜੋ ਵੀ ਲਿਖਿਆ ਇਸਨੇ ਡਿਟੈਕਟ ਕੀਤਾ ਤੇ ਸਕਰੀਨ ਦੇ ਉੱਪਰ ਵਿਜ਼ੀਬਲ ਕਰਤਾ। ਇਹ ਕਿੱਥੇ ਯੂਜ਼ ਕੀਤਾ ਜਾਂਦਾ, ਜਦੋਂ ਆਪਾਂ ਨੇ ਡਰਾਇੰਗ ਕਰਨੀ ਹੈ, ਠੀਕ ਹੈ ਨਾ, directly onto the screen, but this become uncomfortable and they are not accurate. देखो थोड़ा uncomfortable है, why, क्योंकि ਸਕਰੀਨ ਤਾਂ ਲਿਮਿਟਿਡ ਹੈ ਨਾ, ਪਰ ਜਦੋਂ ਆਪਾਂ ਆਪਣੀ ਨੋਟਬੁੱਕ ਦੇ ਉੱਪਰ ਲਿਖਦੇ ਹਾਂ ਤੇ ਆਪਾਂ ਨੂੰ ਪ੍ਰੋਪਰ ਐਸਟੀਮੇਸ਼ਨ ਰਹਿੰਦਾ ਹੈ ਕਿ ਇੰਨੀ ਸਪੇਸ ਦੇ ਵਿੱਚ ਲਿਖ ਦਿਓ। ਤਾਂ ਲਾਈਟ ਪੈਨ ਥੋੜਾ ਪ੍ਰੈਕਟਿਸ ਦੀ ਨੀਡ ਹੈ ਇਹਦੇ ਉੱਪਰ ਕੰਮ ਕਰਨ ਦੇ ਲਈ। Then we have the magnetic reader. Magnetic reader is an input device which reads a magnetic strip on a card. ਠੀਕ ਹੈ, ਕੋਈ ਵੀ ਮੈਗਨੈਟਿਕ ਸਟ੍ਰਿਪਸ ਨੂੰ ਰੀਡ ਕਰਨਾ, ਜਿਵੇਂ ਤੁਸੀਂ ਸੁਪਰਮਾਰਕੀਟ ਦੇ ਕੋਈ ਕਾਰਡ ਬਣਵਾ ਰਹੇ ਹੋ, ਹੈ ਨਾ, ਤੇ ਉਹਦੇ ਪਿੱਛੇ ਕੀ ਹੁੰਦੀ ਹੈ, ਇੱਕ ਮੈਗਨੈਟਿਕ ਸਟ੍ਰਿਪ ਹੁੰਦੀ ਹੈ। It is handy and data can be stored and received. It is also provide the quick identification of the card's owner. Simple, ਤੁਸੀਂ ਨੇ ਕਾਰਡ ਨੂੰ ਪਾਇਆ ਤੇ ਤੁਹਾਡੀ ਪੂਰੀ ਦੀ ਪੂਰੀ ਇਨਫੋਰਮੇਸ਼ਨ ਆ ਜਾਂਦੀ ਹੈ। All the credit cards, ATM cards, petro cards, etc. stores data in a magnetic strip which can be easily read by a magnetic reader. ਦੇਖੋ ATM ਕਾਰਡ ਲਗਾਇਆ, ਤੁਹਾਨੂੰ ਤੁਹਾਡਾ ਨਾਮ ਡਿਸਪਲੇ ਹੋ ਜਾਂਦਾ ਹੈ ਨਾ, ਤੇ ਉਹ ਚੀਜ਼ ਕੀ ਹੈ ਕਿ ਮੈਗਨੈਟਿਕ ਰੀਡਰ ਦੇ ਵਿੱਚ ਤੁਹਾਡੇ ਸਾਰੀ ਇਨਫੋਰਮੇਸ਼ਨਸ ਨੂੰ ਦੇ ਥਰੂ ਰੀਡ ਕੀਤਾ ਜਾ ਰਿਹਾ ਹੈ। ਓਕੇ, ਦੈਨ ਵੀ ਹੈਵ ਦ ਸਮਾਰਟ ਕਾਰਡਸ। ਸਮਾਰਟ ਕਾਰਡਸ ਕੀ ਹੈ ਜੀ, ਉਹ ਇਹ ਵੀ ਸੇਮ ਐਜ਼ ਅ ਮੈਗਨੈਟਿਕ ਰੀਡਰ ਦੀ ਤਰ੍ਹਾਂ ਹੀ ਕੰਮ ਕਰਨਗੇ। ਦੇਖੋ ਇਹ ਕੀ ਕਹਿ ਰਹੇ ਕਿ ਇਹਦੇ ਵਿੱਚ ਬਾਰ ਕੋਡ ਲੱਗਿਆ ਹੁੰਦਾ ਹੈ ਸਮਾਰਟ ਕਾਰਡਸ ਦੇ ਵਿੱਚ, ਹੈ ਨਾ, ਜਿਵੇਂ ਇਹਦੇ ਵਿੱਚ ਮੈਗਨੈਟਿਕ ਇੰਕ ਸਟ੍ਰਿਪ ਹੈ ਤੇ ਉਹਦੇ ਵਿੱਚ ਕੀ ਹੋਏਗਾ, ਬਾਰ ਕਾਰਡਸ ਲੱਗੇ ਹੋਣਗੇ। ਮਲਟੀਪਲ ਤਰ੍ਹਾਂ ਦੇ ਆਪਾਂ ਨੂੰ ਸਮਾਰਟ ਕਾਰਡਸ ਦੇਖਣ ਨੂੰ ਮਿਲ ਜਾਂਦੇ ਆ। This input devices store the data in a microprocessor embedded in a card. This allows information which can be updated to be stored the card. This data can be read or given as input to the computer for further processing. And
ਕੋਈ particular informations ਨੂੰ access ਕਰਨ ਦੇ ਲਈ ਆਪਾਂ ਕੀ use ਕਰ ਲਾਂਗੇ smart card। then notes taker ਕੀ ਹੈ, ਦੇਖੋ ਤੁਸੀਂ ਦੇਖਦੇ ਹੋ ਨਾ ਕਿ ਆਪਾਂ ਇੱਕ ਟੈਬਲੇਟ ਦੇ ਉੱਪਰ ਆਪਣੇ ਹੈਂਡਸ ਨਾਲ ਕੁਝ ਲਿਖਤਾ ਹੈ ਨਾ, ਤੇ ਆਪਣੇ ਨੋਟਸ ਨੇ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਸੇਵ ਹੋ ਜਾਂਦੇ ਆ, ਠੀਕ ਹੈ। ਤੇ ਉਹ ਕੰਮ ਕੌਣ ਕਰਵਾਏਗਾ? ਨੋਟਸ ਟੇਕਰ। The note taker displays the user's handwritten notes, memos or drawing on the computer and stores the image for further use. Okay. Microphone next. Microphone serves as a voice input device. It captures the voice data and input to computer. Simple ਆਪਾਂ ਜੋ ਵੀ ਬੋਲ ਰਹੇ ਹਾਂ ਉਹਨੂੰ ਮਾਈਕ੍ਰੋਫੋਨ ਦੀ ਹੈਲਪ ਦੇ ਨਾਲ ਸੇਵ ਕਰਨਾ ਕੰਪਿਊਟਰ ਦੇ ਵਿੱਚ। Using the microphone along with speech recognition software can offer a completely new approach to input information into your computer। Example ਇਹ ਹੈ, ਤੁਸੀਂ ਨੇ ਆਪਣੇ ਫੋਨ ਤੇ ਕਮਾਂਡ ਦਿੱਤੀ, hey Siri open WhatsApp, ਠੀਕ ਹੈ, ਤੇ ਉਹ ਕੀ ਕਰੇਗੀ? ਤੁਹਾਡੀ ਆਵਾਜ਼ ਦੀ ਪਹਿਚਾਣ ਕਰਕੇ WhatsApp ਨੂੰ ਓਪਨ ਕਰ ਦੇਗੀ ਤੇ ਤੁਹਾਡੇ ਨਾਲ ਕੁਐਸਚਨ ਆਨਸਰਸ ਵੀ ਕਰੇਗੀ, ਠੀਕ ਹੈ। ਕਹਿੰਦਾ ਜ਼ਰੂਰੀ ਨਹੀਂ ਹੈ ਕਿ ਜੋ ਤੁਸੀਂ ਬੋਲੋ ਉਹੀ ਸੁਣੇ, ਕਿਉਂ? ਕਿਉਂਕਿ ਹਰ ਇੱਕ ਦੀ ਪ੍ਰੋਨਾਂਸੀਏਸ਼ਨ ਡਿਫਰੈਂਟ ਹੈ ਨਾ, ਤੇ ਉਸਦੇ ਉੱਪਰ ਰਿਸਰਚ ਚੱਲ ਰਹੀ ਹੈ, ਹਜੇ ਵੀ ਕੰਮ ਚੱਲ ਰਿਹਾ ਹੈ ਕਿ ਜੋ ਐਕੂਰੇਟਲੀ ਆਪਣੀ ਜੋ ਡੇਟਾ ਇੰਟਰਪ੍ਰੀਟੇਸ਼ਨ ਹੈ ਉਸਦੇ ਉੱਪਰ ਉਹ ਕੰਮ ਕਰੇ, ਠੀਕ ਹੈ। ਦੈਨ ਆਪਣੇ ਕੋਲ ਕੀ ਆਇਆ? ਆਊਟਪੁੱਟ ਡਿਵਾਈਸਿਸ, ਜਿਵੇਂ ਕਿ ਮੋਨੀਟਰ ਹੈ ਜੀ, ਪ੍ਰਿੰਟਰ ਹੈ, ਸਪੀਕਰਸ, ਹੈਡਫੋਨਸ, ਪ੍ਰੋਜੈਕਟਰ, ਟੱਚ ਸਕਰੀਨ, ਪਲੋਟਰ ਐਂਡ GPS, ਰਾਈਟ। ਓਕੇ, ਤੇ ਆਊਟਪੁੱਟ ਡਿਵਾਈਸਿਸ ਬੜਾ ਹੀ ਕਾਮਨ ਹੈ ਮੋਨੀਟਰ ਕੀ ਹੈ? ਬਹੁਤ ਕਾਮਨ ਯੂਜ਼ ਕਰਦੇ ਹਾਂ ਇਹਨੂੰ, ਆਪਾਂ ਡਿਸਪਲੇ ਸਕਰੀਨ ਵੀ ਕਹਿ ਦਿੰਦੇ ਆ। ਇਹ ਕੀ ਕਰਦਾ? ਵਿਜ਼ੂਅਲ ਡਿਸਪਲੇ ਕਰ ਦਿੰਦਾ ਡੇਟਾ ਨੂੰ, ਇਮੇਜਸ ਨੂੰ ਔਰ ਟੈਕਸਟ ਨੂੰ। ਇਹ ਕਨੈਕਟ ਕਰਦੇ ਆ ਕੰਪਿਊਟਰ ਦੇ ਨਾਲ ਤੇ ਇਸ ਸਿਮਿਲਰ ਇਸ ਅਪੀਅਰੈਂਸ ਟੂ ਟੈਲੀਵਿਜ਼ਨ ਸੈਟ। ਕਹਿੰਦਾ ਇਹਦੀ ਸਕਰੀਨ ਕੀ ਹੈ? ਜਿਵੇਂ ਆਪਣੀ ਟੀਵੀ ਦੀ ਸਕਰੀਨ ਹੁੰਦੀ ਹੈ ਉਵੇਂ ਮੋਨੀਟਰ ਦੀ ਸਕਰੀਨ ਹੁੰਦੀ ਹੈ। ਇਹਦੇ ਵਿੱਚ ਸਮੋਲੈਸਟ ਡਾਟ ਦੈਟ ਕੈਨ ਬੀ ਡਿਸਪਲੇਡ ਇਜ਼ ਕਾਲਡ ਅ ਪਿਕਸਲ। ਸੋ ਆਪਾਂ ਕਹਿੰਦੇ ਆ ਪਿਕਚਰ ਐਲੀਮੈਂਟ। ਇੱਥੋਂ ਦੀ ਕੁਐਸਚਨ ਆਉਂਦਾ, ਵਾਟ ਇਜ਼ ਦ ਫੁੱਲ ਫਾਰਮ ਆਫ ਪਿਕਸਲ? ਦੈਟ ਇਜ਼ ਯੋਰ ਪਿਕਚਰ ਐਲੀਮੈਂਟ, ਠੀਕ ਹੈ। ਦੇਖੋ ਤੁਸੀਂ ਮੋਬਾਈਲ 'ਤੇ ਨਾ ਫੋਟੋ ਨੂੰ ਕਲਿੱਕ ਕੀਤਾ ਤੇ ਤੁਸੀਂ ਉਹਨੂੰ ਬਹੁਤ ਜ਼ਿਆਦਾ ਕਰੋਪ ਕਰਤਾ ਹੈ ਨਾ, ਤੇ ਤੁਸੀਂ ਕਹਿੰਦੇ ਨਾ ਆਪਣੇ ਫਰੈਂਡ ਨੂੰ ਪਿਕਸਲ ਸ਼ਾਰਪ ਨਹੀਂ ਹੈ, ਪਿਕਚਰ जो है वो ब्लरी हो रही है, क्यों? क्योंकि ਉਹਦੇ पिक्सल्स फट रहे हैं, ठीक है। तो जो स्मॉलेस्ट डॉट है उन्हें ਆਪਾਂ ਕਹਿੰਦੇ पिक्सल। जितने ज़्यादा पिक्सल्स रहेंगे उतनी ज़्यादा हाई क्वालिटी ਦੀ ਆਪਣੇ ਕੋਲ इमेज रहेगी। The resolution of the screen improves as the number of pixels is increased, ठीक है। ਜਿਵੇਂ most of the monitor है 4:3, ਇੰਨੀ width to height मतलब ਕਿੰਨੀ width ਹੈ, ਚੌੜਾਈ ਹੈ, ਤੇ ਉਹਦੀ ਕਿੰਨੀ height ਰਹੇਗੀ, ਤੇ ਆਪਾਂ ਕਹਿੰਦੇ ਹਾਂ 4:3, ਠੀਕ ਹੈ। 2:3, 4:3 ਐਵੇਂ रेजोल्यूशंस ਨੂੰ मेजर करते हैं, जिसमें ਆਪਾਂ ਕੀ ਕਹਿੰਦੇ हैं aspect ratio, ठीक है। The resolution of the monitor determines the quality of the display, कि अच्छी क्वालिटी का डिस्प्ले है, ठीक है, ये डिटरमाइन करेगा रेजोल्यूशन। देन वी हैव ਪ੍ਰਿੰਟਰ ਕੀ ਕਰੇਗਾ? ਜੋ ਵੀ ਤੁਸੀਂ ਆਊਟਪੁੱਟ ਨੂੰ ਸਕਰੀਨ ਤੇ ਦੇਖ ਰਹੇ ਹੋ, ਜੇ ਮੈਂ ਉਹ ਪੇਪਰ ਤੇ ਲੈਣੀ ਹੈ ਤੇ ਆਪਾਂ ਕੀ ਕਹਿੰਦੇ ਕਮਾਂਡ ਦੇ ਦਿੰਦੇ ਆ, ਠੀਕ ਹੈ, ਤੇ ਉਹ ਜੋ ਪੇਜ ਬਣ ਕੇ ਆਉਂਦਾ ਉਸ ਤੁਸੀਂ ਹਾਰਡ ਕਾਪੀ ਕਹਿ ਦਿੰਦੇ ਹੋ, ठीक है। देयर आर मल्टीपल काइंड्स ऑफ प्रिंटर्स हैं जो वेरी करते हैं स्पीड और प्रिंटिंग क्वालिटी ਦੇ ਵਿੱਚ। मेजर टाइप के प्रिंटर्स की होंगे इंपैक्ट एंड नॉन इंपैक्ट प्रिंटर्स। इंपैक्ट प्रिंटर्स की होंगे जो वॉइस ज़्यादा प्रोड्यूस करते हैं, नॉइजी हैं, तो नॉन इंपैक्ट के साइलेंट वर्क करते हैं, जिमें कि अपने आजकल लेजर प्रिंटर्स हैं, जस्ट कमांड की थी उन्होंने बिना किसी आवाज़ तो प्रिंट आउट निकाल के देता, ठीक है। ओके, देन वी हैव स्पीकर्स कदों यूज़ किए जाते हैं? बेसिकली जो अपने को बहुत ज़्यादा क्राउड है तो अपनी आवाज़ उस क्राउड तक नहीं जा रही, तो आप करते हैं एक स्पीकर ले लेंगे हैं ताकि अपनी जो आवाज़ है वो सारे अपनी ऑडियंस तक पहुंच जाए, ठीक है। तो वॉइस आउटपुट डिवाइस प्लॉटर की है, ये भी एक आउटपुट डिवाइस है लाइक प्रिंटर्स की तरह। ये प्रोड्यूस की करते हैं जोग्राफिकल आउटपुट, मतलब एक लार्ज स्केल के ऊपर प्रोड्यूस करेगा ग्राफिकल आउटपुट ਨੂੰ। फिर अपने को लास्ट की सीगा स्टोरेज डिवाइसेस, जिमें कि मैग्नेटिक टेप है, फ्लॉपी है, ऑप्टिकल डिस्क है, DVD रैम है। मैग्नेटिक टेप की होंगे a recording medium consisting of a thin tape with a coating of fine magnetic strips used for the recording digital data, ठीक है। हुने टेप क्या है? itself strip of the plastic coated with a magnetic recording medium। bits ਨੂੰ ਆਪਾਂ ਇਹਦੇ ਵਿੱਚ record ਕਰਦੇ ਹਾਂ मैग्नेटिक स्पॉट्स ਨਾਲ, जिसे बिट्स है तो मैग्नेटिक स्पॉट्स लिते जाते हैं several tracks ਦੇ ਵਿੱਚ। usually 7 or 9 bits are recorded simultaneously to form a character with a parity bit। parity bit की करती है जो चेक करती है कि डेटा करेक्ट है या नहीं है। रीड राइट हेड्स हैं माउंट किए जाते हैं one of the other track ਦੇ ਵਿੱਚ। data is stored in frames across the width of the tape। the
Haltons are group The Hatamas are group of blocks or recorded which are split the home other block by the gaps. ਦੇਖੋ ਬੇਸਿਕਲੀ this ਤੇ ਇਹਦੇ ਵਿੱਚ ਕੀ ਕਹਿ ਰਿਹਾ ਕਿ ਬਿਟਸ ਦੇ ਵਿੱਚ ਨਾ ਗਰੁੱਪਸ ਬਣਾ ਦਿੱਤੇ ਜਾਂਦੇ ਆ ਜਿਵੇਂ ਕਿ ਲਾਈਕ ਦਿਸ ਠੀਕ ਹੈ ਨਾ ਮੈਗਨੈਟਿਕ ਟੇਪ ਇਜ਼ ਅ ਸੀਰੀਅਲ ਐਕਸੈਸ ਮੀਡੀਅਮ ਕਹਿ ਰਹੇ 1 by 1 ਹੀ ਇਸ ਨੂੰ ਐਕਸੈਸ ਕਰੋਗੇ ਸਿਮਿਲਰ ਟੂ ਐਨ ਆਡੀਓ ਕੈਸੇਟ ਦੇਖੋ ਜਦੋਂ ਪਹਿਲੇ ਆਡੀਓ ਕੈਸੇਟ ਹੁੰਦੀ ਸੀ ਤੁਸੀਂ ਇਹਨੂੰ ਪਲੇ ਕਰਦੇ ਸੀ ਤਾਂ ਨੇ ਪਹਿਲਾ ਗਾਣਾ ਨਹੀਂ ਸੁਣਨਾ ਤੁਸੀਂ ਨੈਕਸਟ ਤੇ ਜਾਂਦੇ ਸੀ ਫਿਰ ਨੈਕਸਟ ਡੇ ਡਾਇਰੈਕਟ ਆਪਾਂ ਐਕਸੈਸ ਨਹੀਂ ਕਰ ਸਕਦੇ ਸੀ ਜੇਕਰ ਤੁਸੀਂ 5 ਨੰਬਰ ਵਾਲਾ ਡੇਟਾ ਸੁਣਨਾ ਹੈ ਸੀਡੀ ਦੇ ਵਿੱਚ ਆਪਾਂ ਐਕਸੈਸ ਕਰਦੇ ਸੀ ਆਪਾਂ ਪ੍ਰੈਸ ਕਰਦੇ ਸੀ 5 ਨੰਬਰ ਤੇ 5 ਨੰਬਰ ਵਾਲਾ ਜੋ Song ਸੀ ਉਹ ਡਿਸਪਲੇ ਹੋ ਜਾਂਦਾ ਸੀ ਠੀਕ ਹੈ ਤੇ ਜੇਕਰ ਆਪਾਂ 1 by 1 ਐਕਸੈਸ ਕਰਕੇ ਜਾ ਰਹੇ ਤੇ ਇਹਨੂੰ ਆਪਾਂ ਕੀ ਕਹਿੰਦੇ ਆ ਸੀਰੀਅਲ ਐਕਸੈਸ ਕਰਨਾ ਠੀਕ ਹੈ ਇਹ ਹਾਰਡ ਡਿਸਕ ਦਾ ਬੈਕਅਪ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਦੈਨ ਵੀ ਹੈਵ ਅ ਫਲੋਪੀ ਡਿਸਕ ਕੀ ਹੈ ਥਿਨ ਸਰਕੂਲਰ ਡਿਸਕ ਹੈ ਜੋ ਡੇਟਾ ਨੂੰ ਸਟੋਰ ਕਰਦੀ ਹੈ ਇਹ ਵੀ ਸੌਫਟ ਮੈਗਨੈਟਿਕ ਡਿਸਕ ਹੈ ਠੀਕ ਹੈ ਇਹਦੇ ਵਿੱਚ ਰੋਟੇਸ਼ਨਸ ਹੁੰਦੇ ਆ 360 ਰੋਟੇਸ਼ਨਸ ਲੈਂਦੀ ਹੈ ਪਰ ਮਿੰਟ ਦੇ ਵਿੱਚ ਠੀਕ ਹੈ ਇਹਦੇ ਵੀ ਟਰੈਕਸ ਹੈ ਤੇ ਉਹਨੂੰ ਸੈਕਟਰਸ ਦੇ ਵਿੱਚ ਡਿਸਪਲੇ ਕੀਤਾ ਹੋਇਆ ਸੇਮ ਹੋਈ ਜਿਵੇਂ ਕਿ ਦਿਸ ਇਜ਼ ਅ CD ਇਹਦੇ ਵਿੱਚ ਇਹ ਟਰੈਕਸ ਹੈ ਤੇ ਇਹ ਟਰੈਕਸ ਨੂੰ ਆਪਾਂ ਨੇ ਸੈਕਟਰਸ ਦੇ ਵਿੱਚ ਡਿਵਾਈਡ ਕਰਤਾ ਫਿਰ ਆਪਣੇ ਕੋਲ ਹੈ ਆਪਟੀਕਲ ਡਿਸਕ ਇਹ ਵੀ ਸਟੋਰੇਜ ਦਾ ਮੀਡੀਅਮ ਹੈ ਜੋ ਡੇਟਾ ਨੂੰ ਰੀਡ ਤੇ ਰਾਈਟ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ ਬਟ ਇਹਦੇ ਵਿੱਚ ਕੀ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ ਲੇਜ਼ਰ ਟੈਕਨੋਲੋਜੀ ਠੀਕ ਹੈ ਤੇ ਫਿਰ ਇਹਦੇ ਵਿੱਚ ਕਹਿ ਰਹੇ CD ਦੀ ਵੀ ਇਹਦੇ ਅੰਦਰ ਆਉਂਦੀ ਤੇ CD ਦੀ ਫੁੱਲ ਫਾਰਮ ਹੁੰਦੀ ਹੈ ਕੰਪੈਕਟ ਡਿਸਕ ROM ਸਟੈਂਡ ਫੋਰ ਦਾ ਰੀਡ ਓਨਲੀ ਮੈਮਰੀ ਦੈਨ ਵੀ ਹੈਵ ਅ DVD RAM DVD ਵੀ ਆਪਟੀਕਲ ਮੀਡੀਆ ਸਟੋਰੇਜ ਡਿਵਾਈਸਿਸ ਹੈ ਇਹ ਡਿਫਰ ਕਰਦਾ ਹੈ ਟ੍ਰੈਡੀਸ਼ਨਲ DVD ਤੋਂ ਜਿਹਦੇ ਵਿੱਚ ਡੇਟਾ ਕੰਸੈਂਟਰਿਕ ਰਹਿੰਦਾ ਸੀ ਤੇ ਆਪਾਂ ਇਹਦੇ ਵਿੱਚ ਰੀਡ ਰਾਈਟ ਨਹੀਂ ਕਰ ਸਕਦੇ ਸੀ ਪਰ ਇਹ ਕੀ ਅਲਾਉਡ ਕਰਦਾ ਹੈ ਰੀਡ ਤੇ ਰਾਈਟ ਆਪਰੇਸ਼ਨਸ ਨੂੰ ਸੇਮ ਟਾਈਮ ਦੇ ਉੱਪਰ ਆਪਾਂ ਕੈਰੀ ਆਊਟ ਕਰ ਸਕਦੇ ਹਾਂ ਓਕੇ ਇਹ ਆਪਣਾ ਹਾਰਡਵੇਅਰ ਕੰਪਿਊਟਰ ਹਾਰਡਵੇਅਰ ਟੌਪਿਕ ਕੰਪਲੀਟ ਹੋਇਆ ਇੱਥੇ ਦੈਨ ਆਇਆ ਆਪਣੇ ਕੋਲ RAM ਦੈਟ ਇਜ਼ ਯੋਰ ਰੈਂਡਮ ਐਕਸੈਸ ਮੈਮਰੀ ਤੁਸੀਂ ਦੇਖਿਓ ਨਾ RAM ਦੀ ਆਪਣੇ ਕੋਲ ਸਲੋਟਸ ਆਪਣੇ ਕੋਲ RAMs ਹੁੰਦੇ ਆ ਨਾ ਤੇ ਇਹ ਕੀ ਹੁੰਦੀ ਹੈ ਵੋਲੇਟਾਈਲ ਮੈਮਰੀ ਹੈ ਠੀਕ ਹੈ ਮੈਂ ਉਹਦੇ ਪਿਕਚਰਸ ਪਾ ਦੂੰਗੀ RAM ਦੀ ਦੇਖੋ ਡੇਟਾ ਨੂੰ ਆਪਾਂ ਕਾਪੀ ਕਰਦੇ ਹਾਂ ਹਾਰਡ ਡਿਸਕ ਦੇ ਵਿੱਚੋਂ ਜੋ ਕਿ ਸੈਕੰਡਰੀ ਮੈਮਰੀ ਦੇ ਵਿੱਚ ਪਿਆ ਤੇ ਉਹਨੂੰ RAM ਦੇ ਵਿੱਚ ਲੈ ਕੇ ਆਉਂਦੇ ਆ ਉਸ ਤੋਂ ਬਾਅਦ ਆਪਾਂ ਜੋ ਵੀ ਡੇਟਾ ਨੂੰ ਦੇ ਉੱਪਰ ਕੋਈ ਆਪਰੇਸ਼ਨ ਨੂੰ ਪਰਫਾਰਮ ਕਰਨਾ ਹੁੰਦਾ ਹੈ ਉਹ RAM ਦੇ ਵਿੱਚ ਹੀ ਪਰਫਾਰਮ ਹੁੰਦਾ ਹੈ ਤੇ ਜੋ RAM ਦੀ ਮੈਮਰੀ ਹੈ ਉਹ ਕੀ ਹੈ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ ਠੀਕ ਹੈ ਤੇ RAM ਬਹੁਤ ਜ਼ਿਆਦਾ ਐਕਸਪੈਂਸਿਵ ਹੈ ਠੀਕ ਹੈ ਜੀ ਐਜ਼ ਕੰਪੇਅਰ ਟੂ ਯਰ ਸੈਕੰਡਰੀ ਮੈਮਰੀ ਤੇ ਇਹ ਆਪਾਂ GB ਦੇ ਵਿੱਚ ਮੈਜ਼ਰਮੈਂਟ ਕਰਦੇ ਹਾਂ ਦੈਟ ਇਜ਼ ਯੋਰ ਗੀਗਾਬਾਈਟਸ then you have a USB ਕੀ ਹੈ ਯੂਨੀਵਰਸਲ ਸੀਰੀਅਲ ਬਸ ਫਲੈਸ਼ ਮੈਮਰੀ ਇਹ ਵੀ ਨॉन ਵੋਲੇਟਾਈਲ ਹੈ ਠੀਕ ਹੈ use the NAND flash memories to store data USB refers to the USB connection that allow user to plug the device into the USB port of the computer ਦੇਖੋ ਪੈਨ ਡਰਾਈਵਸ ਦੇ ਲਈ ਹਰ ਇੱਕ ਦੇ ਲਈ ਕੀ ਹੈ ਇੱਕ ਪੋਰਟ ਬਣਿਆ ਹੁੰਦਾ ਹੈ ਠੀਕ ਹੈ other type of flash storage include the memory cards used in the digital camera ਠੀਕ ਹੈ ਜੋ SD cards ਦੇ ਲਈ ਵੀ ਆਪਣੇ ਕੋਲ ਕੀ ਹੈ ਇੱਕ ਸਲੋਟ ਬਣਿਆ ਹੁੰਦਾ ਕੰਪਿਊਟਰ ਦੇ ਵਿੱਚ ਰੀਡ ਕਰਨ ਦੇ ਲਈ